ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਰਿਲੇਸ਼ਨ ਆਫ ਸੋਸ਼ੀਓਲੋਜੀ ਵਿਦ ਇਕਨੋਮਿਕਸ, ਸਮਾਜ ਵਿਗਿਆਨ ਦਾ ਅਰਥ ਵਿਗਿਆਨ ਦੇ ਨਾਲ ਸੰਬੰਧ, ਇਸ ਬਾਰੇ ਜਾਣਕਾਰੀ ਲਵਾਂਗੇ। ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਲੈਕਚਰ ਜਿਹੜੇ ਨੇ ਆਪਣੇ ਕਲਾਸਮੇਟਸ ਅਤੇ ਫਰੈਂਡਸ ਦੇ ਨਾਲ ਸ਼ੇਅਰ ਕਰਿਆ ਕਰੋ। ਜੇਕਰ ਕਿਸੇ ਸਪੈਸੀਫਿਕ ਟੌਪਿਕ 'ਤੇ ਲੈਕਚਰ ਚਾਹੀਦਾ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਹਾਂਜੀ, ਲੈਕਚਰ ਸ਼ੁਰੂ ਕਰਦੇ ਹਾਂ। ਸਮਾਜ ਵਿਗਿਆਨ ਅਤੇ ਅਰਥ ਵਿਗਿਆਨ। ਸਮਾਜ ਵਿਗਿਆਨ ਅਤੇ ਅਰਥ ਵਿਗਿਆਨ ਦੇ ਪਰਸਪਰ ਸੰਬੰਧਾਂ ਦੇ ਵਿਵੇਚਨ ਕਰਨ ਤੋਂ ਪਹਿਲਾਂ ਇਹਨਾਂ ਵਿਗਿਆਨਾਂ ਦੀ ਵਿਸ਼ਾ ਸਮੱਗਰੀ ਬਾਰੇ ਸਾਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ। ਅਰਥ ਵਿਗਿਆਨ ਮਨੁੱਖ ਦੀਆਂ ਆਰਥਿਕ ਕਿਰਿਆਵਾਂ ਦਾ ਅਧਿਐਨ ਕਰਦਾ ਹੈ। ਸਭ ਤੋਂ ਪਹਿਲਾਂ ਅਸੀਂ ਅਰਥ ਵਿਗਿਆਨ ਬਾਰੇ ਜਾਣਦੇ ਹਾਂ। ਅਰਥ ਵਿਗਿਆਨ ਮਨੁੱਖ ਦੀਆਂ ਆਰਥਿਕ ਕਿਰਿਆਵਾਂ ਦਾ ਅਧਿਐਨ ਕਰਦਾ ਹੈ। ਇਹ ਦੱਸਦਾ ਹੈ ਕਿ ਮਨੁੱਖ ਆਪਣੀਆਂ ਅਣਗਿਣਤ ਇੱਛਾਵਾਂ ਦੀ ਪੂਰਤੀ ਸੀਮਤ ਪਦਾਰਥਿਕ ਸਾਧਨਾਂ ਨਾਲ ਕਿਵੇਂ ਕਰ ਸਕਦਾ ਹੈ। ਫੇਅਰਚਾਈਲਡ ਬਕ ਦੇ ਅਨੁਸਾਰ ਅਰਥ ਵਿਗਿਆਨ ਮਨੁੱਖ ਦੀਆਂ ਉਹਨਾਂ ਆਰਥਿਕ ਕਿਰਿਆਵਾਂ ਦਾ ਅਧਿਐਨ ਕਰਦਾ ਹੈ ਜੋ ਲੋੜਾਂ ਦੀ ਸੰਤੁਸ਼ਟੀ ਲਈ ਭੌਤਿਕ ਸਾਧਨਾਂ ਦੀ ਪ੍ਰਾਪਤੀ ਲਈ ਕੀਤੀਆਂ ਜਾਂਦੀਆਂ ਹਨ। ਧਨ ਮਨੁੱਖ ਦੀਆਂ ਇੱਛਾਵਾਂ ਦੀ ਸੰਤੁਸ਼ਟੀ ਦਾ ਆਰਥਿਕ ਸਾਧਨ ਹੈ। ਇਸ ਲਈ ਅਰਥ ਵਿਗਿਆਨ ਧਨ ਦੇ ਉਤਪਾਦਨ, ਵਿਤਰਨ ਅਤੇ ਉਪਭੋਗ ਨਾਲ ਸੰਬੰਧਿਤ ਮਨੁੱਖੀ ਵਤੀਰੇ ਦਾ ਅਧਿਐਨ ਕਰਦਾ ਹੈ। ਮੁੱਢਲੇ ਅਰਥ ਵਿਗਿਆਨੀਆਂ ਨੇ ਆਪਣੀਆਂ ਪਰਿਭਾਸ਼ਾਵਾਂ ਵਿੱਚ ਕੁਝ ਲੋੜ ਤੋਂ ਵਧੇਰੇ ਮਹੱਤਵ ਧਨ ਉੱਤੇ ਦਿੱਤਾ ਸੀ, ਪਰੰਤੂ ਆਧੁਨਿਕ ਵਿਗਿਆਨੀਆਂ ਨੇ ਧਨ ਨਾਲੋਂ ਵਧੇਰੇ ਮਨੁੱਖ ਨੂੰ ਮਹੱਤਵ ਦਿੱਤਾ ਹੈ। ਡਾਕਟਰ ਮਾਰਸ਼ਲ ਦੇ ਅਨੁਸਾਰ ਅਰਥ ਵਿਗਿਆਨ ਮਨੁੱਖ ਦੇ ਜੀਵਨ ਦੀਆਂ ਸਧਾਰਨ ਵਪਾਰ ਸੰਬੰਧੀ ਕਿਰਿਆਵਾਂ ਦਾ ਅਧਿਐਨ ਕਰਦਾ ਹੈ। ਅਰਥ ਵਿਗਿਆਨ ਇਹ ਪਤਾ ਲਗਾਉਂਦਾ ਹੈ ਕਿ ਮਨੁੱਖ ਕਿਸ ਪ੍ਰਕਾਰ ਧਨ ਕਮਾਉਂਦਾ ਹੈ ਅਤੇ ਕਿਸ ਪ੍ਰਕਾਰ ਉਸ ਨੂੰ ਖਰਚ ਕਰਦਾ ਹੈ। ਇਸ ਤਰ੍ਹਾਂ ਅਰਥ ਵਿਗਿਆਨ ਇੱਕ ਪਾਸੇ ਧਨ ਦਾ ਅਧਿਐਨ ਕਰਦਾ ਹੈ, ਦੂਜੇ ਪਾਸੇ ਜੋ ਵਧੇਰੇ ਮਹੱਤਵਪੂਰਨ ਹੈ ਮਨੁੱਖ ਦੇ ਅਧਿਐਨ ਦਾ ਇੱਕ ਭਾਗ ਜਿਸ ਦਾ ਉਹ ਅਧਿਐਨ ਕਰਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅਰਥ ਵਿਗਿਆਨ ਮਨੁੱਖ ਦੇ ਆਰਥਿਕ ਸੰਬੰਧਾਂ ਦਾ ਅਧਿਐਨ ਕਰਦਾ ਹੈ। ਸਮਾਜ ਵਿਗਿਆਨ ਸਮਾਜਿਕ ਸੰਬੰਧਾਂ ਦੀ ਵਿਵਸਥਾ ਦਾ ਸੰਸਥਾਵਾਂ, ਸਮੂਹ ਅਤੇ ਇਹਨਾਂ ਦੇ ਪਰਸਪਰ ਅੰਤਰ ਸੰਬੰਧਾਂ ਦਾ, ਰੀਤੀ ਰਿਵਾਜਾਂ ਦਾ, ਪ੍ਰਥਾਵਾਂ ਦਾ, ਪਰੰਪਰਾਵਾਂ, ਸਮਾਜਿਕ ਕੀਮਤ, ਅਰਥ, ਵਿਚਾਰਧਾਰਾਵਾਂ, ਇਹਨਾਂ ਸਭ ਵਿੱਚ ਹੋਣ ਵਾਲੇ ਪਰਿਵਰਤਨ ਅਤੇ ਇਹਨਾਂ ਪਰਿਵਰਤਨਾਂ ਦੇ ਪਰਿਣਾਮਾਂ ਦਾ ਅਧਿਐਨ ਕਰਦਾ ਹੈ। ਹਰੇਕ ਆਰਥਿਕ ਕਿਰਿਆ ਸਮਾਜਿਕ ਅੰਤਰ-ਕਿਰਿਆ ਦਾ ਪਰਿਣਾਮ ਹੁੰਦੀ ਹੈ। ਇਸ ਲਈ ਆਰਥਿਕ ਕਿਰਿਆ ਨੂੰ ਸਮਾਜਿਕ ਸ਼੍ਰਮ ਵਿੱਚ ਹੀ ਸਮਝਿਆ ਜਾ ਸਕਦਾ ਹੈ। ਦੂਜੇ ਪਾਸੇ ਸਮਾਜਿਕ ਵਿਵਸਥਾ ਅਤੇ ਸਮਾਜਿਕ ਸੰਬੰਧ ਉੱਤੇ ਆਰਥਿਕ ਸੰਸਥਾਵਾਂ ਵੀ ਬਹੁਤ ਡੂੰਘਾ ਪ੍ਰਭਾਵ ਪਾਉਂਦੀਆਂ ਹਨ। ਸਮਾਜਿਕ ਵਿਵਸਥਾ ਦੀ ਤੱਥਾਤਮਕ ਵਿਸ਼ਲੇਸ਼ਣ ਕਰਨ ਲਈ ਆਰਥਿਕ ਸੰਸਥਾਵਾਂ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹਨਾਂ ਦੋਨਾਂ ਵਿਗਿਆਨਾਂ ਦਾ ਆਪਸ ਦੇ ਵਿੱਚ ਗੂੜ੍ਹਾ ਸੰਬੰਧ ਹੈ। ਦੋਨੋਂ ਸਮਾਜਿਕ ਵਿਗਿਆਨਾਂ ਦੇ ਕੁਝ ਮੁੱਢਲੇ ਵਿਦਵਾਨ ਇਹਨਾਂ ਦੋਹਾਂ ਵਿਗਿਆਨਾਂ ਦੀ ਅੰਤਰ ਨਿਰਭਰਤਾ ਦਾ ਠੀਕ ਜਾਇਜ਼ਾ ਨਾ ਲੈਣ ਕਾਰਨ ਹੀ ਆਪਸ ਵਿੱਚ ਮਤਭੇਦ ਰੱਖਦੇ ਹਨ। ਉਦਾਹਰਣ ਵਜੋਂ ਸਮਾਜ ਵਿਗਿਆਨ ਦੇ ਜਨਮਦਾਤਾ ਅਗਸਤ ਕੌਂਤ ਨੇ ਸਮਾਨਿਆ ਸਮਾਜਿਕ ਵਿਗਿਆਨਾਂ ਦਾ ਜੋ ਸੰਕਲਪ ਪੇਸ਼ ਕੀਤਾ, ਉਸ ਵਿੱਚ ਪਹਿਲਾਂ ਤੋਂ ਹੀ ਕਾਫੀ ਹੱਦ ਤੱਕ ਵਿਕਸਿਤ ਅਰਥ ਵਿਗਿਆਨ ਨੂੰ ਕੋਈ ਥਾਂ ਨਹੀਂ ਦਿੱਤੀ। ਇਸ ਦੀ ਪ੍ਰਤੀਕਿਰਿਆ ਵਜੋਂ ਅਰਥ ਵਿਗਿਆਨੀ ਏ ਮਾਰਸ਼ਲ ਨੇ ਕੇਵਲ ਸਮਾਜ ਵਿਗਿਆਨਿਕ ਸਾਮਰਾਜਵਾਦ ਦਾ ਵਿਰੋਧ ਹੀ ਨਹੀਂ ਕੀਤਾ, ਸਗੋਂ ਸਮਾਜ ਵਿਗਿਆਨ ਦੀ ਹੋਂਦ ਅਤੇ ਸੰਭਾਵਨਾ ਉੱਤੇ ਵੀ ਸੰਦੇਹ ਪ੍ਰਗਟ ਕੀਤਾ। ਇਹ ਕੁਝ ਮੁੱਢਲੇ ਸਮਾਜ ਵਿਗਿਆਨੀ ਸੀ ਅਤੇ ਅਰਥ ਵਿਗਿਆਨੀ ਸੀ ਜਿਹੜੇ ਕਿ ਇਹਨਾਂ ਦੋਨਾਂ ਨੂੰ ਇੱਕ ਦੂਜੇ ਦੇ ਵਿਪਰੀਤ ਮੰਨਦੇ ਸੀ।
ਇਸ ਤਰ੍ਹਾਂ ਕਾਰਲ ਮਾਰਕਸ, ਐਂਜਲਸ, ਵੈਬਲੈਨ ਆਦਿ ਲੇਖਕਾਂ ਦੇ ਅਨੁਸਾਰ ਸਮਾਜਿਕ ਸੰਸਕ੍ਰਿਤਿਕ ਘਟਨਾਵਾਂ ਅਤੇ ਪਰਿਵਰਤਨ ਆਰਥਿਕ ਕਾਰਨਾਂ ਦਾ ਨਤੀਜਾ ਹੁੰਦੇ ਨੇ। ਇਹ ਕੁਛ ਬਾਅਦ ਦੇ ਸਮਾਜ ਵਿਗਿਆਨੀ ਅਰਥ ਵਿਗਿਆਨੀ ਨੇ ਜਿਨ੍ਹਾਂ ਨੇ ਕਿਹਾ ਕਿ ਸਮਾਜਿਕ ਸੰਸਕ੍ਰਿਤਿਕ ਘਟਨਾਵਾਂ ਅਤੇ ਪਰਿਵਰਤਨ ਆਰਥਿਕ ਕਾਰਨਾਂ ਦਾ ਨਤੀਜਾ ਹੁੰਦੇ ਨੇ। ਇਸ ਕਰਕੇ ਉਹਨਾਂ ਨੇ ਸਮਾਜ ਵਿਗਿਆਨ ਨੂੰ ਅਰਥ ਵਿਗਿਆਨ ਦੀ ਇੱਕ ਬ੍ਰਾਂਚ ਦੇ ਰੂਪ ਵਿੱਚ ਹੀ ਵੇਖਿਆ। ਦੂਜੇ ਪਾਸੇ ਸੋਮਬਰਟ, ਮੈਕਸ ਵੈਬਰ ਅਤੇ ਪ੍ਰਾਟੋ ਆਦਿ ਵਿਦਵਾਨਾਂ ਨੇ ਸਮਾਜਿਕ ਅਵਸਥਾਵਾਂ ਅਤੇ ਘਟਨਾਵਾਂ ਨੂੰ ਆਰਥਿਕ ਕਿਰਿਆਵਾਂ ਦਾ ਨਿਰਧਾਰਕ ਮੰਨਿਆ। ਇਹ ਦੋਵੇਂ ਵਿਚਾਰਧਾਰਾਵਾਂ ਪਰਸਪਰ ਵਿਰੋਧੀ ਹਨ। ਇਸ ਦਾ ਮੁੱਖ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਦੋਵੇਂ ਵਿਚਾਰਧਾਰਾਵਾਂ ਦੇ ਵਿਦਵਾਨਾਂ ਨੇ ਸਮਾਜ ਵਿਗਿਆਨ ਅਤੇ ਅਰਥ ਵਿਗਿਆਨ ਦੇ ਗੂੜ੍ਹੇ ਅਤੇ ਪਰਸਪਰ ਸੰਬੰਧਾਂ ਨੂੰ ਅੱਖੋਂ ਓਹਲੇ ਕੀਤਾ ਹੈ। ਵਾਸਤਵ ਵਿੱਚ ਇਹਨਾਂ ਦੋਨਾਂ ਸਮਾਜਿਕ ਵਿਗਿਆਨਾਂ ਦਾ ਅਧਿਐਨ ਇੱਕ ਦੂਜੇ ਦੇ ਬਿਨਾਂ ਅਧੂਰਾ ਹੈ। ਮੈਕਾਈਵਰ ਨੇ ਉਪਰੋਕਤ ਚਰਚਾ ਦੀ ਪੜਤੋਲ ਕਰਦੇ ਹੋਏ ਕਿਹਾ ਕਿ ਆਰਥਿਕ ਘਟਨਾਵਾਂ ਲਗਾਤਾਰ ਹਰ ਪ੍ਰਕਾਰ ਦੀਆਂ ਸਮਾਜਿਕ ਲੋੜਾਂ ਅਤੇ ਕਿਰਿਆਵਾਂ ਦੀ ਸਿਰਜਣਾ ਅਤੇ ਸਰੂਪੀਕਰਨ ਕਰਕੇ ਹੁੰਦੀਆਂ ਹਨ। ਉਹਨਾਂ ਨੂੰ ਪੁਨਰ ਨਿਰਧਾਰਿਤ ਅਤੇ ਪਰਿਵਰਤਿਤ ਵੀ ਕਰਦੀਆਂ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਅਤੇ ਆਰਥਿਕ ਦੋਵੇਂ ਪ੍ਰਕਾਰ ਦੇ ਕਾਰਨ ਇੱਕ ਦੂਜੇ ਨਾਲ ਕਾਰਜ ਕਾਰਨ ਦੇ ਸੰਬੰਧਾਂ ਵਿੱਚ ਵੰਡੇ ਹੋਏ ਹਨ। ਵੱਖ-ਵੱਖ ਪਰਿਸਥਿਤੀਆਂ ਵਿੱਚ ਦੋਵੇਂ ਪ੍ਰਕਾਰ ਦੀਆਂ ਘਟਨਾਵਾਂ ਇੱਕ ਦੂਜੇ ਦਾ ਕਾਰਨ ਅਤੇ ਪਰਿਣਾਮ ਹੋ ਸਕਦੀਆਂ ਨੇ। ਇਸ ਕਾਰਨ ਆਧੁਨਿਕ ਸਮਾਜਿਕ ਵਿਗਿਆਨੀਆਂ ਲਈ ਇਹ ਵਿਵਾਦ ਦਾ ਵਿਸ਼ਾ ਨਹੀਂ ਹੈ ਕਿ ਆਰਥਿਕ ਜਾਂ ਸਮਾਜਿਕ ਕਾਰਨਾਂ ਵਿੱਚੋਂ ਕਿਹੜਾ ਵਧੇਰੇ ਮਹੱਤਵਪੂਰਨ ਹੈ। ਸਗੋਂ ਹੁਣ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਦੋਹਾਂ ਵਿਗਿਆਨਾਂ ਵਿੱਚ ਗੂੜ੍ਹਾ ਸੰਬੰਧ ਹੈ, ਸਹਿਯੋਗ ਹੈ ਅਤੇ ਅੰਤਰ ਨਿਰਭਰਤਾ ਹੈ। ਇਸ ਦੇ ਆਧਾਰ 'ਤੇ ਅਸੀਂ ਸਭ ਤੋਂ ਪਹਿਲਾਂ ਦੇਖਦੇ ਹਾਂ ਸਮਾਜ ਵਿਗਿਆਨ ਦੀ ਅਰਥ ਵਿਗਿਆਨ ਨੂੰ ਦੇਣ। ਹਰੇਕ ਆਰਥਿਕ ਕਿਰਿਆਵਾਂ ਸਮਾਜਿਕ ਅੰਤਰਕਿਰਿਆ ਜਾਂ ਅੰਤਰ ਕਾਰਜ ਦਾ ਪਰਿਣਾਮ ਹੁੰਦੀਆਂ ਹਨ। ਇਸ ਲਈ ਇਸ ਨੂੰ ਉਸਦੇ ਸਮਾਜਿਕ ਸਤਰੰਭ ਵਿੱਚ ਹੀ ਸਮਝਿਆ ਜਾ ਸਕਦਾ ਹੈ। ਇਸ ਲਈ ਕੋਈ ਵੀ ਆਰਥਿਕ ਸਮੱਸਿਆ ਦਾ ਹੱਲ ਲੱਭਣ ਲਈ, ਆਰਥਿਕ ਸੂਚਨਾ ਉਲੀਕਣ ਲਈ ਜਾਂ ਕੋਈ ਆਰਥਿਕ ਨਿਯਮ ਬਣਾਉਣ ਲਈ ਸਮਾਜਿਕ ਪੱਖ ਦਾ ਗਿਆਨ ਹੋਣਾ ਜ਼ਰੂਰੀ ਹੈ। ਉਦਾਹਰਣ ਲਈ ਸਧਾਰਨ ਮੰਗ ਦਾ ਨਿਯਮ ਲਾਅ ਆਫ ਡਿਮਾਂਡ ਹੀ ਲੈ ਲਵੋ। ਮਾਰਸ਼ਲ ਨੇ ਇਸ ਨਿਯਮ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ, ਜਿੰਨੀ ਜ਼ਿਆਦਾ ਮਾਤਰਾ ਵਿੱਚ ਕਿਸੇ ਚੀਜ਼ ਨੂੰ ਵੇਚਣਾ ਹੋਵੇ ਓਨੀ ਹੀ ਘੱਟ ਕੀਮਤ ਹੋਣੀ ਚਾਹੀਦੀ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਨੂੰ ਖਰੀਦ ਸਕਣ। ਇਹ ਸਿਧਾਂਤ ਖਾਲੀ ਥਾਂ ਵੈਕਿਊਮ ਵਿੱਚ ਕੰਮ ਨਹੀਂ ਕਰਦਾ। ਕੀਮਤ ਅਤੇ ਵਿਕਰੀ ਦੀ ਗਿਣਤੀ ਦਾ ਅਨੁਮਾਨ ਅਨੇਕਾਂ ਤੱਥਾਂ ਉੱਤੇ ਆਧਾਰਿਤ ਹੈ ਜੋ ਕਿ ਆਰਥਿਕ ਖੇਤਰ ਤੋਂ ਬਿਲਕੁਲ ਪਰੇ ਹਨ, ਜਿਵੇਂ ਇਹ ਵਿਲਾਸਿਤ, ਜ਼ਰੂਰੀ ਜਾਂ ਸੁਖਦਾਇਕ ਸ਼੍ਰੇਣੀਆਂ ਵਿੱਚੋਂ ਕਿਹੜੀ ਸ਼੍ਰੇਣੀ ਦੀ ਹੈ, ਪ੍ਰਥਾਵਾਂ ਅਤੇ ਫੈਸ਼ਨ ਦਾ ਉਸ ਨਾਲ ਕੀ ਸੰਬੰਧ ਹੈ ਅਤੇ ਉਸ ਸਮਾਜ ਦੀ ਸੱਭਿਅਤਾ ਵਿੱਚ ਉਸ ਦਾ ਕੀ ਸਥਾਨ ਹੈ। ਇਹ ਸਾਰੇ ਸਮਾਜਿਕ ਤੱਥ ਹਨ ਅਤੇ ਇਹਨਾਂ ਦਾ ਅਧਿਐਨ ਸਮਾਜ ਵਿਗਿਆਨ ਵਿੱਚ ਕੀਤਾ ਜਾਂਦਾ ਹੈ। ਅਰਥ ਵਿਗਿਆਨ ਨੂੰ ਇਹਨਾਂ ਤੱਥਾਂ ਪ੍ਰਤੀ ਜਾਣਕਾਰੀ ਪ੍ਰਾਪਤ ਕਰਨ ਲਈ ਸਮਾਜ ਵਿਗਿਆਨਿਕ ਅਧਿਐਨਾਂ ਦਾ ਸਹਾਰਾ ਲੈਣਾ ਪੈਂਦਾ ਹੈ। ਇਸ ਤਰ੍ਹਾਂ ਹੋਰ ਵੀ ਕਈ ਆਰਥਿਕ ਨਿਯਮਾਂ ਦੀ ਸਥਾਪਨਾ ਲਈ ਅਰਥ ਵਿਗਿਆਨੀਆਂ ਨੂੰ ਕੇਵਲ ਆਰਥਿਕ ਕਾਰਨਾਂ ਦੇ ਵਿੱਚ ਹੋਣ ਵਾਲੇ ਅੰਤਰ ਕਾਰਜਾਂ ਦਾ ਅਧਿਐਨ ਕਰਕੇ ਹੀ ਸੰਤੁਸ਼ਟ ਨਹੀਂ ਹੋ ਜਾਂਦੇ, ਬਲਕਿ ਉਹ ਉਸ ਸਮਾਜ ਦਾ ਵੀ ਅਧਿਐਨ ਕਰਦੇ ਹਨ ਜਿਸ ਵਿੱਚ ਉਹ ਆਰਥਿਕ ਅੰਤਰ ਕਾਰਜ ਵਾਪਰਦਾ ਹੈ। ਇਸ ਲਈ ਉਸ ਨੂੰ ਸਮਾਜ ਵਿਗਿਆਨ ਦਾ ਸਹਾਰਾ ਲੈਣਾ ਪੈਂਦਾ ਹੈ। ਇਹ ਤਾਂ ਸੀਗਾ ਸਮਾਜ ਵਿਗਿਆਨ ਦੀ ਅਰਥ ਵਿਗਿਆਨ ਨੂੰ ਦੇਣ। ਅੱਗੇ ਅਸੀਂ ਦੇਖਦੇ ਹਾਂ ਅਰਥ ਵਿਗਿਆਨ ਦੀ ਸਮਾਜ ਵਿਗਿਆਨ ਨੂੰ ਕੀ ਦੇਣ ਹੈ। ਸਮਾਜ ਵਿਗਿਆਨ ਵੀ ਅਰਥ ਵਿਗਿਆਨ ਤੋਂ ਸਹਾਇਤਾ ਲੈਂਦਾ ਹੈ। ਆਰਥਿਕ ਸੰਸਥਾਵਾਂ ਨੇ ਆਧੁਨਿਕ ਯੁੱਗ ਵਿੱਚ ਸਮਾਜ ਦੇ ਪ੍ਰਤੀਕ ਪੱਖ ਨੂੰ ਪ੍ਰਭਾਵਿਤ ਕੀਤਾ ਹੈ। ਉਦਾਹਰਣ ਦੇ ਲਈ ਖੇਤੀ ਪ੍ਰਧਾਨ ਸਮਾਜ ਵਿੱਚ
ਵਿਅਕਤੀਆਂ ਦੀ ਆਰਥਿਕ ਸਥਿਤੀ ਜ਼ਮੀਨ ਦੀ ਮਾਲਕੀਅਤ ਉੱਤੇ ਨਿਰਭਰ ਕਰਦੀ ਹੈ, ਅਰਥਾਤ ਜਿਸ ਦੇ ਕੋਲ ਜਿੰਨੀ ਜ਼ਿਆਦਾ ਖੇਤੀਯੋਗ ਜ਼ਮੀਨ ਹੋਵੇਗੀ ਉਸ ਦੀ ਆਰਥਿਕ ਸਥਿਤੀ ਉਨੀ ਹੀ ਚੰਗੀ ਹੋਵੇਗੀ। ਇਸ ਤਰ੍ਹਾਂ ਉਦਯੋਗੀਕਰਨ ਤੋਂ ਪਹਿਲਾਂ ਦੇਸ਼ ਦਾ ਬਹੁਤ ਧਨ ਜ਼ਿਮੀਂਦਾਰਾਂ ਦੇ ਹੱਥਾਂ ਵਿੱਚ ਸੀ। ਉਦਯੋਗੀਕਰਨ ਦੇ ਬਾਅਦ ਧਨ ਦਾ ਉਤਪਾਦਨ ਕਾਰਖਾਨਿਆਂ ਵਿੱਚ ਹੋਣ ਲੱਗਾ, ਜਿਸ ਦੇ ਫਲਸਰੂਪ ਉਦਯੋਗਪਤੀ ਦੇ ਹੱਥ ਵਿੱਚ ਧਨ ਇਕੱਠਾ ਹੋਣ ਲੱਗਿਆ। ਜ਼ਿਮੀਂਦਾਰਾਂ ਤੇ ਕਿਸਾਨਾਂ ਦੀ ਆਰਥਿਕ ਸਥਿਤੀ ਡਿੱਗਣ ਲੱਗੀ, ਜਿਸ ਨੇ ਉਹਨਾਂ ਦੀ ਸਮਾਜਿਕ ਸਥਿਤੀ ਨੂੰ ਵੀ ਪ੍ਰਭਾਵਿਤ ਕੀਤਾ। ਦੇਸ਼ ਦਾ ਵਧੇਰੇ ਧਨ ਉਦਯੋਗਪਤੀਆਂ ਦੇ ਹੱਥਾਂ ਵਿੱਚ ਚਲਾ ਗਿਆ, ਜਿਸ ਨਾਲ ਉਹਨਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਚੰਗੀ ਹੋ ਗਈ। ਇਸ ਤਰ੍ਹਾਂ ਉਦਯੋਗੀਕਰਨ ਨੇ ਵੱਖ-ਵੱਖ ਵਰਗਾਂ ਦੀ ਆਰਥਿਕ ਸਥਿਤੀ ਵਿੱਚ ਪਰਿਵਰਤਨ ਕਰਕੇ ਪੁਰਾਣੀ ਵਰਗ ਵਿਵਸਥਾ ਵਿੱਚ ਪਰਿਵਰਤਨ ਕਰ ਦਿੱਤਾ ਹੈ। ਆਧੁਨਿਕ ਆਰਥਿਕ ਸੰਸਥਾਵਾਂ ਨੇ ਵੀ ਅਨੇਕ ਨਵੇਂ ਵਰਗਾਂ ਨੂੰ ਜਨਮ ਦਿੱਤਾ ਹੈ, ਜਿਵੇਂ ਮਜ਼ਦੂਰ ਵਰਗ, ਪੂੰਜੀਪਤੀ ਵਰਗ, ਉਤਪਾਦਕ ਵਰਗ ਅਤੇ ਉਪਭੋਗੀ ਵਰਗ। ਨਵੇਂ ਉਦਯੋਗ ਧੰਦਿਆਂ ਨੇ ਅਨੇਕ ਪ੍ਰਕਾਰ ਦੇ ਨਵੇਂ ਸੰਗਠਨਾਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਦੇ ਆਧਾਰ ਉੱਤੇ ਨਵੇਂ ਵਰਗਾਂ ਦੀ ਉਤਪਤੀ ਹੋਈ ਹੈ। ਸਪਸ਼ਟ ਹੈ, ਸਮਾਜ ਵਿਗਿਆਨੀ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਮਾਜਿਕ ਸੰਬੰਧਾਂ ਦੀ ਵਿਵਸਥਾ ਨੂੰ, ਸਮੂਹਾਂ ਤੇ ਉਹਨਾਂ ਦੇ ਪਰਸਪਰ ਸੰਬੰਧਾਂ ਨੂੰ ਅਤੇ ਸਮਾਜਿਕ ਕੀਮਤਾਂ ਆਦਿ ਪ੍ਰਤੀ ਸਹੀ ਗਿਆਨ ਪ੍ਰਾਪਤ ਕਰਨ ਲਈ ਉਹ ਆਰਥਿਕ ਸੰਬੰਧਾਂ ਅਤੇ ਉਸ ਤੋਂ ਉਤਪੰਨ ਹੋਣ ਵਾਲੇ ਸੰਗਠਨਾਂ, ਸੰਸਥਾਵਾਂ ਅਤੇ ਸਮੂਹ ਦਾ ਅਧਿਐਨ ਕਰੇ। ਇਸ ਦੇ ਲਈ ਉਸ ਨੂੰ ਅਰਥ ਵਿਗਿਆਨ ਦਾ ਸਹਾਰਾ ਲੈਣਾ ਪੈਂਦਾ ਹੈ। ਇਸ ਤਰ੍ਹਾਂ ਵਿਆਹ ਦੀਆਂ ਕਿਸਮਾਂ ਅਤੇ ਭੇਦ, ਜੋ ਕਿ ਸਮਾਜ ਵਿਗਿਆਨਿਕ ਅਧਿਐਨ ਵਿਸ਼ੇ ਹਨ, ਪਰ ਉਹ ਆਰਥਿਕ ਹਾਲਤਾਂ ਦੁਆਰਾ ਪ੍ਰਭਾਵਿਤ ਹੁੰਦੇ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਵਿਗਿਆਨ ਅਤੇ ਅਰਥ ਵਿਗਿਆਨ ਵਿੱਚ ਗੂੜ੍ਹਾ ਸੰਬੰਧ ਹੈ। ਦੋਵੇਂ ਹੀ ਆਪਣੇ ਅਧਿਐਨ ਵਿੱਚ ਇੱਕ ਦੂਜੇ ਦੇ ਨਿਯਮਾਂ ਅਤੇ ਪਰਿਣਾਮਾਂ ਦਾ ਪ੍ਰਯੋਗ ਕਰਦੇ ਹਨ। ਅੱਗੇ ਅਸੀਂ ਦੇਖਦੇ ਹਾਂ ਕਿ ਸਮਾਜ ਵਿਗਿਆਨ ਅਤੇ ਅਰਥ ਵਿਗਿਆਨ ਵਿੱਚ ਵਿਭਿੰਨਤਾ ਕੀ ਹੈ, ਫਰਕ ਕੀ ਹੈ, ਭੇਦ ਕੀ ਹੈ। ਸਮਾਜ ਵਿਗਿਆਨ ਅਤੇ ਅਰਥ ਵਿਗਿਆਨ ਵਿਚਕਾਰ ਭਾਵੇਂ ਗੂੜ੍ਹਾ ਸੰਬੰਧ ਹੈ, ਪਰੰਤੂ ਇਸ ਦੇ ਹੁੰਦੇ ਹੋਏ ਇਸ ਦੇ ਵਿੱਚ ਕਾਫੀ ਅੰਤਰ ਵੀ ਹੈ। ਨੰਬਰ 1, ਸਮਾਜ ਵਿਗਿਆਨ ਮਨੁੱਖ ਦੇ ਸਮਾਜਿਕ ਜੀਵਨ ਦੇ ਸਾਰੇ ਪੱਖਾਂ ਦਾ ਇੱਕ ਸਮਾਨਿਆ ਅਧਿਐਨ ਕਰਦਾ ਹੈ, ਜਦੋਂ ਕਿ ਅਰਥ ਵਿਗਿਆਨ ਕੇਵਲ ਉਸ ਦੇ ਸਮਾਜਿਕ ਜੀਵਨ ਦੇ ਇੱਕ ਪੱਖ ਭਾਵ ਆਰਥਿਕ ਪਹਿਲੂ ਦਾ ਹੀ ਅਧਿਐਨ ਕਰਦਾ ਹੈ। ਇਸ ਤਰ੍ਹਾਂ ਸਮਾਜ ਵਿਗਿਆਨ ਦਾ ਅਰਥ ਵਿਗਿਆਨ ਨਾਲੋਂ ਵਿਸ਼ਾ ਖੇਤਰ ਵਿਸ਼ਾਲ ਹੈ, ਕਿਉਂਕਿ ਸਮਾਜ ਵਿਗਿਆਨ ਦੇ ਵਿੱਚ ਸਮਾਜਿਕ ਸੰਬੰਧਾਂ ਦੇ ਨਾਲ ਆਰਥਿਕ, ਧਾਰਮਿਕ, ਰਾਜਨੀਤਿਕ ਸਾਰੇ ਵਿਸ਼ਿਆਂ ਦਾ ਅਧਿਐਨ ਕੀਤਾ ਜਾਂਦਾ ਹੈ। ਦੋਹਾਂ ਵਿਗਿਆਨਾਂ ਦੇ ਦ੍ਰਿਸ਼ਟੀਕੋਣ ਵੱਖੋ ਵੱਖਰੇ ਹਨ। ਦੂਜਾ ਅੰਤਰ, ਸਮਾਜ ਵਿਗਿਆਨ ਸਮਾਜਿਕ ਘਟਨਾਵਾਂ ਅਤੇ ਅਵਸਥਾਵਾਂ ਦਾ ਅਧਿਐਨ ਸਮਾਜ ਵਿਗਿਆਨਿਕ ਦ੍ਰਿਸ਼ਟੀਕੋਣ ਨਾਲ ਕਰਦਾ ਹੈ, ਜਦੋਂ ਕਿ ਅਰਥ ਵਿਗਿਆਨ ਦਾ ਦ੍ਰਿਸ਼ਟੀਕੋਣ ਆਰਥਿਕ ਹੁੰਦਾ ਹੈ। ਅਰਥ ਵਿਗਿਆਨ ਸਿੱਧੇ ਜਾਂ ਸਿੱਧੇ ਰੂਪ ਵਿੱਚ ਮਨੁੱਖ ਦੀ ਪਦਾਰਥਿਕ ਖੁਸ਼ੀ ਵਧਾਉਣ ਲਈ ਉਤਪਾਦਨ, ਵੰਡ ਅਤੇ ਉਪਯੋਗ ਦੀਆਂ ਵਿਧੀਆਂ ਨਾਲ ਸੰਬੰਧਿਤ ਹੈ, ਪਰੰਤੂ ਸਮਾਜ ਵਿਗਿਆਨ ਦਾ ਇਹਨਾਂ ਆਰਥਿਕ ਕਿਰਿਆਵਾਂ ਦੇ ਕੇਵਲ ਸਮਾਜਿਕ ਪੱਖ ਨਾਲ ਹੀ ਸੰਬੰਧ ਹੈ। ਤੀਜਾ ਅੰਤਰ, ਸਮਾਜ ਵਿਗਿਆਨ ਸਮਾਜ ਦਾ ਅਧਿਐਨ ਕਰਦਾ ਹੈ, ਉਸ ਦੀ ਇਕਾਈ ਸਮੂਹ ਹੈ, ਪਰੰਤੂ ਅਰਥ ਵਿਗਿਆਨ ਦੀ ਇਕਾਈ ਮਨੁੱਖ ਹੈ ਅਤੇ ਉਹ ਖਾਸ ਤੌਰ 'ਤੇ ਇਸ ਦੇ ਆਰਥਿਕ ਪੱਖ ਦਾ ਅਧਿਐਨ ਕਰਦਾ ਹੈ। ਚੌਥਾ ਅੰਤਰ, ਸਮਾਜ ਵਿਗਿਆਨ ਇੱਕ ਸਮਾਨਿਆ ਵਿਗਿਆਨ ਹੈ, ਜਿਸ ਨੂੰ ਅਸੀਂ ਜਨਰਲ ਸਾਇੰਸ ਕਹਿੰਦੇ ਹਾਂ, ਜਦੋਂ ਕਿ ਅਰਥ ਵਿਗਿਆਨ ਇੱਕ ਸੀਮਤ ਅਤੇ ਵਿਸ਼ੇਸ਼ ਵਿਗਿਆਨ ਹੈ। ਪੰਜਵਾਂ ਅੰਤਰ, ਅਰਥ ਵਿਗਿਆਨ ਦੇ ਨਿਯਮ ਅਮੂਰਤ ਅਤੇ ਪ੍ਰਤੀਬੰਧਿਤ ਹੁੰਦੇ ਹਨ। ਅਮੂਰਤ ਇਸ ਅਰਥ ਵਿੱਚ ਕਿ ਇਹ ਨਿਯਮ ਸਮਾਜ ਦੀ ਵਸਤੂ ਸਥਿਤੀ ਨਾਲ ਸੰਬੰਧਿਤ ਨਹੀਂ ਹੁੰਦੇ ਅਤੇ ਉਹਨਾਂ ਉੱਤੇ ਇੱਕ ਪ੍ਰਤੀਬੰਧਨ ਹੋਰ ਦਿਸ਼ਾਵਾਂ ਦੇ ਅਚਲ ਰਹਿਣ ਤੋਂ ਹੁੰਦਾ ਹੈ, ਕਿਉਂਕਿ ਅਸੀਂ ਇੱਥੇ ਆਰਥਿਕ ਸੰਬੰਧਾਂ ਦਾ ਅਧਿਐਨ ਕਰਦੇ ਹਾਂ।
ਇਸ ਦੇ ਵਿਪਰੀਤ ਸਮਾਜ ਵਿਗਿਆਨ ਦੇ ਨਿਯਮ ਅਮੂਰਤ ਅਤੇ ਪ੍ਰਤੀਬੰਧਿਤ ਨਹੀਂ ਹੁੰਦੇ। ਇਹ ਤਾਂ ਸੀਗਾ ਸਮਾਜ ਵਿਗਿਆਨ ਤੇ ਅਰਥ ਵਿਗਿਆਨ ਦੇ ਵਿੱਚ ਸੰਬੰਧ ਅਤੇ ਇੱਕ ਦੂਜੇ ਨੂੰ ਦੇਣ ਅਤੇ ਗੂੜ੍ਹੇ ਸੰਬੰਧ ਹੋਣ ਦੇ ਬਾਵਜੂਦ ਦੋਨਾਂ ਵਿੱਚ ਅੰਤਰ। ਇਹ ਕੁਐਸਚਨ ਜਿਹੜਾ ਹੈਗਾ ਸ਼ਾਰਟ ਦੇ ਵਿੱਚ ਜਾਂ ਲੌਂਗ ਦੇ ਵਿੱਚ ਪੇਪਰ ਦੇ ਵਿੱਚ ਆ ਜਾਂਦਾ ਹੈ। ਅਗਲੇ ਲੈਕਚਰ ਦੇ ਵਿੱਚ ਅਸੀਂ ਸਮਾਜ ਵਿਗਿਆਨ ਦਾ ਮਾਨਵ ਵਿਗਿਆਨ ਨਾਲ ਸੰਬੰਧ ਜਿਹੜਾ ਕੰਸੈਪਟ ਡਿਸਕਸ ਕਰਾਂਗੇ। ਜੇਕਰ ਲੈਕਚਰ ਸਮਝ ਆ ਰਹੇ ਨੇ, ਤੁਹਾਡੀ ਹੈਲਪ ਹੋ ਰਹੀ ਹੈ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਕਲਾਸਮੇਟਸ ਦੇ ਨਾਲ ਲੈਕਚਰ ਨੇ ਜਿਹੜੇ ਉਹ ਸ਼ੇਅਰ ਕਰ ਸਕਦੇ ਹੋ ਤਾਂ ਕਿ ਉਹਨਾਂ ਦੀ ਵੀ ਹੈਲਪ ਹੋ ਸਕੇ। ਜੇਕਰ ਤੁਸੀਂ ਕੋਈ ਸਪੈਸੀਫਿਕ ਟੌਪਿਕ 'ਤੇ ਲੈਕਚਰ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਥੈਂਕ ਯੂ।